प्यारे दोस्तों अस्सलाम वालेकुम रहमतुल्लाहि व बरकातहू। आज ये हम टोबा टेक सिंह में इकट्ठे हुए हैं प्यारे भाई एवन स्टोर वाले चौधरी सैफुल्लाह साहब के पास। माशाल्लाह काफ़ी दोस्त हैं और बड़ी मालूमाती गुफ्तगू यहाँ पे हो रही है। तो हम चाहते हैं कि आप तमाम दोस्तों को इस गुफ्तगू से मुस्तफ़ीद किया जाए और ये सारी गुफ्तगू आप तमाम अहबाब को मुख्तलिफ़ छोटे छोटे टुकड़ों के अंदर हम जो है वो सुनाएंगे इंशाल्लाह। जो भी गुफ्तगू यहाँ होगी इससे आपको खातर खा फ़वायद हासिल होंगे इंशाल्लाह। ਸਾਡੀ ਨਿਊਟ੍ਰੀਸ਼ਨ ਆ ਨਾ ਜਿਹੜੀ ਜਿੱਦਾਂ ਤੁਸੀਂ ਅੱਗੇ ਗੱਲ ਕਰਦੇ ਪਏ ਸੀਗੇ, ਸਾਨੂੰ ਇਹ ਚੀਜ਼ਾਂ ਦੇਖਣੀਆਂ ਪੈਣੀਆਂ। ਆਇਆ ਕਿਸ ਚੀਜ਼ ਦੇ ਵਿੱਚ ਕਿੰਨਾ ਡਰਾਈ ਮੈਟਰ ਹੈ, ਠੀਕ ਹੈ ਜੀ, ਜਾਂ ਕਿੰਨਾ ਮੈਨੂੰ ਇੱਕ ਮੋਟਾ ਜਿਹਾ ਜਾਨ ਕੇ ਹੋਇਆ ਵੀ ਤੁਸੀਂ ਵੰਡੇ ਔਰ 50% ਵੰਡੇ ਦੇ ਵਿੱਚੋਂ ਡਰਾਈ ਮੈਟਰ ਦਿਓ ਆਪਣੇ ਜਾਨਵਰ ਨੂੰ, ਠੀਕ ਹੈ ਜੀ, ਔਰ 50% ਚਾਰੇ ਤੋਂ ਦਿਓ, ਫਿਰ ਉਹ ਜਾਨਵਰ ਬੈਲੈਂਸ ਰਹਿੰਦਾ ਜੀ। ਮਿਸਾਲ ਦੇ ਤੌਰ ਤੁਸੀਂ ਇਹ ਕਹਿ ਰਹੇ ਹੋ ਕਿ 50-50 ਹੋਣਾ ਚਾਹੀਦਾ ਜੀ ਬਿਲਕੁਲ ਇਦਾਂ ਹੀ ਇਹੀ ਹੈ ਨਾ ਜੀ। ਜੀ उन कास्ट फल में और करो ਕਿਹੜੀ ਸਰ जो वर्णन में लगे थे नहीं होता सुबह ਇਹਦੀ ਵੀ ਫਿਰ ਇੱਕ ਹੋਰ ਵੀ ਅਗਲੀ ਵੀ ਗੱਲ ਆ ਗਈ, ਮੈਂ ਉਹ ਵੀ ਗੱਲ ਕਰਨ ਲੱਗਾ। ਸਾਡਾ ਜਾਨਵਰ ਆ ਨਾ ਜਿਹੜਾ ਹੁਣ ਤਾਜੀ ਸੂਈ ਲੱਗੀ, ਹਾਂਜੀ ਕਿੰਨੇ ਪੱਠੇ ਖਾ ਰਹੇ ਆ ਅੱਜ ਕੱਲ੍ਹ? ਸਹੀ ਗੱਲ ਇਕੱਲੇ ਵੱਡੇ ਕਾਰੀਆਂ ਥੋੜ੍ਹੇ ਜਿਹਾ ਖਾਂਦੀ ਥੋੜੇ ਜਿਹਾ ਖਾਂਦੀ ਹੈ। ਤੁਸੀਂ ਦੇਖਿਆ ਹੋਣਾ ਹਮੇਸ਼ਾ ਜਦੋਂ ਸਾਡਾ ਤਾਜ਼ਾ ਜਾਨਵਰ ਸੂਇਆ ਹੋਇਆ ਔਰ ਉਹ ਜਲਦੀ ਵੀਕ ਹੁੰਦਾ, ਬਿਲਕੁਲ ਠੀਕ ਹੈ ਜੀ। ਪਹਿਲੇ ਜਿਹੜੇ 8 ਤੋਂ 10 ਦਿਨ ਆ ਨਾ, ਜਿਹੜੇ 15 ਦਿਨ ਜਾਂ 20 ਦਿਨ ਜਾਨਵਰ ਆ ਸਾਡਾ, ਇਹਦੇ ਲਈ ਸਾਨੂੰ 50% ਤੋਂ ਵੀ ਉੱਤੇ ਜਿਹੜਾ ਡਰਾਈ ਮੈਟਰ ਆ ਉਹ ਸਾਨੂੰ ਵੰਡੇ ਚੋਂ ਲੈਣਾ ਪੈਣਾ, ਠੀਕ ਹੈ ਜੀ। ਜਾਂ ਉਹਦੀ ਖੁਰਾਕ ਆ ਜਿਹੜੀ ਉਹਦਾ 70% ਆ ਜਿਹੜਾ ਨਾ, ਅਸੀਂ ਉਹ ਚੀਜ਼ਾਂ ਦੇਣੀਆਂ ਜਿਹਦੇ ਵਿੱਚ ਪ੍ਰੋਟੀਨ ਜ਼ਿਆਦਾ, ਠੀਕ ਹੈ ਜੀ, प्रोटीन ज्यादा ਉਹ ਅਸੀਂ ਜ਼ਿਆਦਾ ਦੇਣੀ ਪੈਣੀ ਆ ਕਿਉਂਕਿ ਉਹ ਜਾਨਵਰ ਸਾਡਾ ਘੱਟ ਖਾਂਦਾ। ਹੁਣ ਮੈਂ ਮਿਸਾਲ ਦੇਣਾ, ਜਦੋਂ ਸਾਡੇ ਪੁਰਾਣੇ ਜ਼ਮਾਨੇ ਵਿੱਚ ਛਿਲੇ ਹੁੰਦੇ, ਛਿਲੇ ਵਿੱਚ ਕਿੰਨੀ ਹੈਵੀ ਪਤੀਰੀ ਜਾਂ ਜੇ ਉਹ ਦਿੱਤੀ ਜਾਂਦੀ ਸੀ, ਠੀਕ ਹੈ ਨਾ ਜੀ। ਫਿਰ 20 ਦਿਨ ਤੋਂ ਬਾਅਦ ਫਿਰ ਜਾਨਵਰ ਦਾ ਜਿਹੜਾ ਉਹ ਕੁਝ ਚੇਂਜ ਹੁੰਦਾ, ਤੁਸੀਂ ਚਾਰੇ ਦਿਨ ਹੁੰਦੇ ਹੋ ਜੀ, ਤੁਹਾਡਾ ਵੱਡਾ ਘਟਦਾ, ਤੇ ਫਿਰ 40 ਦਿਨ ਬਾਅਦ 4 ਮਹੀਨੇ ਬਾਅਦ ਹੱਤਾ ਕਿ 4 ਮਹੀਨੇ ਤੱਕ ਇਹ ਡਿਫਰੈਂਸ ਚੱਲਦਾ। ਇਹ ਗੱਲਾਂ ਸਾਨੂੰ ਪੜ੍ਹਨੀਆਂ ਪੈਣੀਆਂ, ਸਾਨੂੰ ਇਹ ਗੱਲਾਂ ਕਰਨੀਆਂ ਪੈਣੀਆਂ। ਮੈਂ ਹੁਣ ਤੁਹਾਨੂੰ ਦੱਸਣਾ ਜੀ ਦੇਸੀ ਦੀ ਫਿਰ ਗੱਲ। ਮੇਰੀ ਇੱਕ ਗੱਲ ਨਹੀਂ ਲਾਸਟ, ਉਹਦਾ ਫਾਇਦਾ ਸਾਨੂੰ ਇਹ ਹੋਣਾ ਕਿ ਜਿਹੜੀ ਫਿਰ ਅਸੀਂ ਗੱਲ ਕਰਦੇ ਆ ਵੀ ਯਾਰ ਸਾਡਾ ਜਾਨਵਰ ਆ ਜਿਹੜਾ 4 ਮਹੀਨੇ ਬਾਅਦ ਦੁੱਧ ਤੋਂ ਬੈਕ ਮਾਰ ਗਿਆ, ਹੁੰਦੀ ਆ ਨਾ ਗੱਲਾਂ ਜੀ, 4 ਮਹੀਨੇ ਪੀਕ ਤੇ ਗਿਆ, 4 ਮਹੀਨੇ ਤੋਂ ਬਾਅਦ ਬੈਕ ਮਾਰ ਗਿਆ, ਫਿਰ ਸਾਡੀਆਂ ਇਹ ਗੱਲਾਂ ਨਹੀਂ ਹੋਣੀਆਂ। ਸਹੀ ਗੱਲ। ਹੁਣ ਅਸੀਂ ਤੇ ਕੰਮ ਇਹ ਕੀਤਾ ਜੀ, ਮੱਝ ਕਮਜ਼ੋਰ ਸੀ ਲੱਗੀ 8ਵੇਂ ਮਹੀਨੇ ਤੱਕ ਪ੍ਰੈਗਨੈਂਟ, 9ਵੇਂ 8ਵੇਂ ਲਾ ਲਓ ਤੁਸੀਂ, ਗਈ ਤੇ 9ਵੇਂ ਤੱਕ ਜੀ। ਹੁਣ ਸੂ ਗਈ, ਕਮਜ਼ੋਰ ਸੀ, ਤੁਹਾਨੂੰ ਪਤਾ। ਫਿਰ 17 ਕਿਲੋ 16 ਤੇ 17 ਕਿਲੋ ਉਹਦੀ ਬੋਲੀ ਕੱਢੀ ਜੀ ਮੈਂ ਪਹਿਲੇ, ਮਾਸ਼ਾਅੱਲਾ, ਠੀਕ ਹੈ ਨਾ। ਜਦੋਂ ਉਹਨੂੰ ਨੈਕਸਟ ਉਹਦੀ 11 ਕਿਲੋ, ਅੱਜ ਉਹਦੀ 8 ਕਿਲੋ। ਮੈਨੂੰ ਤਾਂ ਟੈਨਸ਼ਨ ਬਣ ਗਈ, ਲੇਕਿਨ ਮੈਨੂੰ ਇਹ ਜਿਹੜਾ ਦੋਸਤ ਵੇਖ ਕੇ ਗਿਆ ਸੀ, ਪੁਰਾਣਾ ਬੰਦਾ ਸੀ, ਉਹਨੇ ਕਿਹਾ ਜੀ ਜਿਵੇਂ ਮੁਤਰਾਕਾ ਬਾਹਰ ਕੱਢੇ ਖੁਰਾਕ ਹਜ਼ਮ ਨਹੀਂ ਕਰਨੀ ਹੁੰਦੀ, ਲੇਕਿਨ ਤੂੰ ਉਹ ਟਾਈਮ ਐਸਾ ਹੁੰਦਾ ਕਿ ਨਤਾਰਵਾਂ ਦੇਸੀ ਘਿਓ ਘਰ ਦਾ ਉਹਦੇ ਅੰਦਰ ਸਿੱਟ ਦੇਣਾ, ਤੂੰ ਛੱਡ ਇਸ ਗੱਲ। ਮੈਂ ਕਿਹਾ ਮਾਜ ਨੇ ਐਤਕੀ ਨਾ ਝੇਲ ਪਾਣੀ, ਤਾਕਤ ਨਾਲ ਸਾਰਾ ਕੁਛ ਹੁੰਦਾ। ਜੋ ਇਹਦੀ ਸੂਰਤ ਹਾਲ 2 ਦਿਨ ਮੈਂ ਉਹਦੇ ਉੱਤੇ ਰਿਹਾ ਜੀ। ਖੁਰਾਕ ਜਾਨਵਰ ਛੱਡ ਜਾਂਦਾ, ਘੱਟ ਖਾਂਦਾ। ਜਦੋਂ ਸੂਣ ਦੇ ਕਰੀਬ ਸੀ ਉਦੋਂ ਉਗਾਲੀ ਵੀ ਛੱਡ ਗਿਆ, ਪੱਠੇ ਵੀ ਛੱਡ ਗਿਆ। ਜਦੋਂ ਮੈਂ ਉਹਨੇ ਮੁਤਰਾਕਾ ਬਾਹਰ ਕੀਤਾ, ਮੈਂ ਪੂਰਾ ਦੇਸੀ ਘਿਓ ਤਾਰਵਾਂ ਨੂੰ ਦਿੱਤਾ। ਇੱਕ ਤੇ 10 ਤੋਂ 15 ਮਿੰਟਾਂ ਦੇ ਵਿੱਚ ਜਾਨਵਰ ਸਾਫ਼ ਹੋਣਾ ਸ਼ੁਰੂ ਹੋ ਗਿਆ। ਔਰ ਜਦੋਂ ਸੂੰਦਾ ਕੋਈ ਵੀ ਜਾਨਵਰ, ਮੱਝ ਸੂੰਦੀ ਏ, ਉਦੋਂ ਉਗਾਲੀ ਨਹੀਂ ਉਹ ਕਰਦੀ, ਉਹਦੇ ਖੁਰ ਬਾਹਰ ਸੀ ਤੇ ਮੱਝ ਉਗਾਲੀ ਲੱਗੀ ਸੀ। ਔਰ ਬੱਚਾ ਨਿਕਲਿਆ, ਸੂ ਗਈ, ਔਰ 16ਵੇਂ ਮਿੰਟ ਉਹਨੇ ਜੇਰ ਪਾ ਦਿੱਤੀ। ਹੁਣ ਥੋੜੀ ਖੁਰਾਕ ਖਾਂਦੀ, ਜ਼ਿਆਦਾ ਨਹੀਂ ਖਾਂਦੀ। ਦੇਸੀ ਘਿਓ ਕਿੰਨਾ ਦਿੱਤਾ ਜੀ ਉਹਨੂੰ ਤੁਸੀਂ? ਪੂਰਾ 1 ਕਿਲੋ ਨਤਾਰਵਾਂ ਜੀ ਘਰ ਦਾ, ਠੀਕ ਕੋਸਾ। ਰਾਣਾ ਸਾਹਿਬ ਲਾਈਵ ਨਾ ਬੱਚਾ ਦੀ ਚੋਇਸ ਹੁੰਦੇ ਆ ਇੱਕ ਦੀ ਫੌਰਨ ਜੀ, ਫੌਰਨ ਨਹੀਂ ਤੁਸੀਂ ਵੀ ਚੋ ਕੇ ਆ ਸਾਡੀ ਜਾਨਵਰ ਇਹ ਕਿਹੜੇ ਛੋਟੇ ਛੋਟੇ ਰਿਐਕਸ਼ਨ ਕਿ ਜਿਹੜੇ ਜਿਹੜੇ ਪੁੱਛੋ ਵੀ ਜਦੋਂ ਉਹ ਗੱਬਣ ਸੀ ਉਹਨੂੰ ਕਿੰਨਾ ਦੇਸੀ ਘੇ ਦਿੱਤਾ ਕਿਨੂੰ ਉਸ ਮੱਝ ਨੂੰ ਇਹਨਾਂ ਨੇ, ਰਾਣਾ ਸਾਹਿਬ ਨੇ। ਗੱਲ ਇਹ ਆ ਜੀ, ਕੋਈ ਵੀ ਜਾਨਵਰ ਜਦੋਂ ਹਾਈ ਮਿਲਕਰ ਆ, ਤੁਹਾਨੂੰ ਉਹਦੀ ਤਿਆਰੀ ਕਰਨੀ ਪੈਂਦੀ। ਅਗਰ ਇਹ ਤਿਆਰੀ ਅਸੀਂ ਨਾ ਕਰੀਏ ਤੇ ਫਿਰ ਅਸੀਂ ਕਹੀਏ ਸਾਨੂੰ ਸਾਡੀ ਤੇ ਗਫਲਤ ਦੀ ਵਜ੍ਹਾ ਤੋਂ ਅਸੀਂ ਮਾਰ, ਮੈਂ ਤਾਂ ਅੱਗੇ ਦੱਸਾਂ ਜੀ, ਸਾਡੀ ਤੇ ਗਫਲਤ ਜੀ। ਐਡਾ ਵੱਡਾ ਜਾਨਵਰ ਸੀ, ਪਰ ਉਹ ਅੰਦਾਜ਼ਾ ਨਹੀਂ ਰਿਹਾ।
ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਾਨਵਰ ਨੂੰ ਪੂਰੀ ਖੁਰਾਕ ਦੇਈਏ, ਸਾਂਭੀਏ, ਥਿੰਦਾ ਸ਼ਿੰਦਾ ਦੇਈਏ। ਹੁਣ ਜਿਹੜੇ 3 ਮਹੀਨੇ ਬਾਅਦ ਮੇਰੇ ਜਾਨਵਰ ਸੁਣੇ ਉਹੀ ਬੰਦਾ ਦੱਸ ਗਿਆ ਕਿ ਪੁੱਤਰ ਤੇਲ ਜਿਹੜਾ ਨਾ ਸਰਸੋਂ ਦਾ ਤੇਲ ਤੂੰ ਉਹ ਤੇ ਨਾਲ ਸ਼ੱਕਰ ਦਿੱਤੀ ਜਾਣੀ ਹੈ ਇਹਨਾਂ ਨੂੰ। ਅਸੀਂ ਹੁਣ ਉਹ ਵੀ ਤਜਰਬਾ ਕਰਾਂਗੇ ਕਿ ਕੀ ਕਰਦੀ। ਬਹੁਤ ਆਊਟਸਟੈਂਡਿੰਗ ਰਿਜ਼ਲਟ, ਬਹੁਤ ਆਊਟਸਟੈਂਡਿੰਗ ਰਿਜ਼ਲਟ, ਬਹੁਤ ਆਊਟਸਟੈਂਡਿੰਗ। ਹੁਣ ਘਿਓ ਦਾ ਇੰਨਾ ਹੈ ਕਿ ਹੁਣ ਜਾਨਵਰ ਸਾਡਾ ਬਿਲਕੁਲ ਫਿੱਟ। ਲੇਕਿਨ ਫਿਰ ਉਸੇ ਬੰਦੇ ਨੇ ਉਹਨਾਂ ਆਂਡਿਆ ਸੀ ਉਮਰ ਨਜ਼ੀਰ ਗੁੱਜਰ ਨਹੀਂ, ਉਹਨੂੰ ਪਤਾ ਲੱਗਾ, ਉਹਨੇ ਪੁੱਛਿਆ ਯਾਰ ਕਿ ਕੀ ਸੂਤਿਆਲ ਬੋਲਾ ਕਿੰਨਾ ਕੱਢਿਆ, ਮੈਂ ਕਿਹਾ ਇੰਨਾ ਕੱਢ ਚੁੱਕੀ। ਉਹਨੇ ਕਿਹਾ ਪ੍ਰੋਕੈਲਸੀਵੇਟ ਜੀ ਹਾਂ, ਫੌਰਨ ਤੋਂ ਪਹਿਲੇ ਕੱਲ ਲੈ ਆ, ਉਹਨੂੰ ਅੱਧਾ ਕਿਲੋ ਤੇ ਅੱਧਾ ਕਿਲੋ ਵਿੱਚ ਪਾਣੀ ਪਾ ਕੇ ਜਾਨਵਰ ਨੂੰ ਦਿਓ, ਕਿਉਂਕਿ ਉਹਦੀ ਉਹ ਜੋ ਉਹਨੇ ਉਹ ਵੀ ਤਾਕਤ ਹੈ ਨਾ ਜੀ। ਫਿਰ 3 ਦਿਨ ਹੋ ਗਏ, ਅਸੀਂ 3 ਦਿਨ ਉਹਦੇ ਥਣਾ 'ਚ ਧਾਰਾਂ ਵੀ ਰੱਖਣੀਆਂ ਨੇ, ਖਰਾਬ ਵੀ ਨਾ ਹੋਵੇ, ਜਦੋਂ ਸੂਦਕ ਕਹਿੰਦੇ ਉਹ ਨਾ ਹੋਵੇ। ਜਾਨਵਰ ਨੂੰ ਸਾਹਮਣਾ ਪੈਂਦਾ ਹੈ, ਉਹਦੇ ਨਾਲ ਕੁਝ ਕਰਨਾ ਪੈਂਦਾ। ਅਗਰ ਅਸੀਂ ਇੱਕ ਦਿਨ ਦੇ ਬੱਚੇ ਦੀ ਗੱਲ ਕਰੀਏ ਨਾ, ਸਾਨੂੰ ਉੱਥੇ ਤਵੱਜੋ ਦੇਣੀ ਪੈਣੀ ਹੈ। ਹੁਣ ਤੁਸੀਂ ਮੱਝਾਂ ਉੱਤੇ ਛੱਡ ਆਉਂਦੇ ਹੋ ਕਿ ਜੀ ਬੱਚੇ ਪੀਣਗੇ, ਔਰ ਬੱਚਿਆਂ ਦੀ ਮਾਸ਼ਾਅੱਲਾ ਗਰੋਥ ਫੇਰ ਹੀ ਹੁੰਦੀ ਹੈ ਨਾ। ਦੁੱਧ ਪੀਣਾ ਖੁਰਾਕ ਨਾਲ ਗਰੋਥ ਹੁੰਦੀ ਉਹਦੀ। ਤੇ ਹੁਣ ਰਾਣਾ ਸਾਹਿਬ ਨੇ ਬੱਚਾ ਆਪਣਾ ਕੱਟਾ ਪਾਲਿਆ, ਆਪਣਾ ਹਾਈ ਸਾਹਿਬ ਕੋ ਮਾਸ਼ਾਅੱਲਾ ਬੱਚਾ ਸੀਗਾ, ਠੀਕ ਹੈ ਨਾ। ਪਤਾ ਨਹੀਂ ਗੱਲ ਸੱਚੀ ਹੈ ਜਾਂ ਝੂਠੀ ਹੈ। ਇੱਕ ਦਿਨ ਇੱਕ ਸਿਮਰਨ ਦੇਣਾ ਬੰਦਾ ਆਇਆ, ਉਹ ਕਹਿੰਦਾ ਜੀ ਮੈਂ ਨਾ 6 ਮਹੀਨੇ ਦਾ ਨਾ ਹੁਣ ਆਪਣਾ ਕੈਨੇਡਾ ਰਹਿ ਕੇ ਨਾ ਬੱਚਿਆਂ ਦੀ ਉਹ ਕਰਕੇ ਆਇਆ, ਨਿਗਾਹ ਦਾਸਤਾਂ ਦਾ ਮੁਕੰਮਲ ਕਰਕੇ ਆਇਆ, 6 ਮਹੀਨੇ ਉੱਥੇ ਨਾ ਅਟਲਸ਼ਿਪ ਕਰਕੇ ਆਇਆ। ਉਹ ਕਹਿੰਦਾ ਜੀ ਗੋਰਾ ਜਿਹੜਾ ਉਹ ਜਦੋਂ ਬੱਚਾ ਹੋ ਜਾਂਦਾ ਨਾ 2 ਮਹੀਨੇ ਦਾ, ਉਦੋਂ ਉਹਨੂੰ 32 ਲੀਟਰ ਦੁੱਧ ਪਿਲਾਉਂਦਾ। ਮੈਨੂੰ ਨਹੀਂ ਪਤਾ ਗੱਲ ਸੱਚੀ ਆ, ਮੈਨੂੰ ਨਹੀਂ ਪਤਾ ਗੱਲ ਝੂਠੀ ਆ, ਠੀਕ ਹੈ ਜੀ। ਮੈਨੂੰ ਹੁਣ ਇਹ ਦੱਸੋ, ਜਿਹੜਾ ਬੱਚਾ 32 ਲੀਟਰ ਦੁੱਧ ਪੀਂਦਾ 12 ਪਰ ਡੇ ਆਇਆ, ਫਿਰ ਜੇ ਅਸੀਂ ਕਹੀਏ ਵੀ ਉਹ 9 ਮਹੀਨੇ 'ਚ ਪ੍ਰੈਗਨੈਂਟ ਨਾ ਹੋਵੇ, ਕਿਵੇਂ ਹੋ ਸਕਦਾ? ਸਰ ਇਸ ਗੱਲ ਨੂੰ ਤਾਂ ਤੁਸੀਂ ਮੰਨੋਗੇ ਨਾ ਵੀ ਕਹਿੰਦੇ ਆ ਵੀ ਹੈਵਾਨ ਦਾ ਬੱਚਾ ਜਿਹੜਾ ਉਹ ਵੇਟ ਨਾ, ਹਿਊਮਨ ਦਾ ਬੱਚਾ ਜਿਹੜਾ ਉਮਰ ਨਾਲ ਜਵਾਨ ਹੁੰਦਾ, ਠੀਕ ਹੈ ਨਾ ਜੀ। ਤੁਸੀਂ ਉਹਨੂੰ ਇੱਕ ਖੁਰਾਕ ਦੇਣੀ ਆ, ਉਹ ਤੁਸੀਂ ਚਾਹੇ 2 ਸਾਲਾਂ 'ਚ ਦੇ ਲਓ ਤੇ ਚਾਹੇ 9ਵਾਂ ਮਹੀਨਾ ਚ ਉਹ ਉਹਨੇ ਖਾ ਕੇ ਜਵਾਨ ਹੋਣਾ। ਉਹਨੇ ਆਪਣਾ weight ਕੰਪਲੀਟ ਕਰਕੇ ਉਹਨੇ ਹਾਂਜੀ ਔਰ ਹਕੀਕਤ ਗੱਲ ਆ ਜੀ। ਪ੍ਰੈਗਨੈਂਟ ਕਰਨ ਲੱਗ ਗਿਆ ਸੀ ਬੱਚੇ, ਉਹਦੇ 28 ਮਹੀਨੇ ਦੀ ਉਮਰ 'ਚ ਉਹਦੇ ਬੱਚੇ ਆ ਗਏ। ਸਾਡੇ ਔਰ ਅਗਲੀ ਗੱਲ, ਸਾਡੇ ਇੱਕ ਹੋਰ ਵੀ ਕਨਫਿਊਜ਼ਨ ਆ ਵੀ ਜੀ ਜਿਹੜਾ ਨਾ ਉਹ 2.5 ਸਾਲ ਦਾ ਦੁੱਧਾ ਹੁੰਦਾ ਜਿਹੜਾ ਨਾ ਜਾਨਵਰ, ਗਲਤ ਗੱਲ ਆ, ਇਹ ਵੀ ਗਲਤ ਗੱਲ ਆ। ਪਹਿਲੇ ਵੀ ਹੋ ਜਾਂਦਾ 18 ਮਹੀਨੇ ਦਾ ਖੁਰਾਕ ਤੇ ਮਨ ਸਵੇਰੇ ਖੁਰਾਕ ਅੱਛੀ ਹੋਈ ਤੇ ਜਲਦੀ ਹੋਏਗਾ। 18 ਮਹੀਨੇ ਦਾ ਜਿਹੜਾ ਨਾ ਬੱਚਾ ਜੇ ਉਹ ਦੋਂਦਾ ਹੋ ਜਾਂਦਾ, ਔਰ ਸਾਰੇ ਨਹੀਂ ਹੁੰਦੇ, ਹੋ ਸਕਦਾ ਕੋਈ ਸਾਡੇ ਗੱਲ ਇਖਤਲਾਫ ਵੀ ਕਰੇ, ਔਰ ਅਗਲੀ ਗੱਲ ਵੀ ਸਾਰੇ ਨਹੀਂ ਹੁੰਦੇ, ਲੇਕਿਨ ਜ਼ਿਆਦਾ ਜਾਨਵਰ ਆ ਜਿਹੜੇ ਉਹ ਦੋਂਦੇ ਤੇ ਹੋ ਜਾਂਦੇ ਆ। ਔਰ ਜਿਹੜੇ ਆ ਸਾਡੇ ਇਹਦੇ ਵਿੱਚ ਫਰੀਜ਼ਨ 'ਚ ਜਾਂ ਸਾਡੇ ਕੋਲ ਜਿਹੜੀ ਬੀਫ ਬਰੀਡ ਆ ਜਿੰਨੀ ਵੀ ਹੈ ਜੀ ਕੌ ਦੀ, ਉਹ ਕਨਫਰਮ ਹੋ ਜਾਂਦਾ। ਤੁਸੀਂ ਬੀਫ ਬਰੀਡ ਤੇ ਵੀ ਕੰਮ ਕਰਦੇ ਹੋ? ਨਹੀਂ, ਲੇਕਿਨ ਉਹ ਹੈ ਉਹਦੇ ਵਿੱਚ ਆਉਂਦਾ ਫਿਰ ਦੂਸਰਾ ਬਰੀਡਿੰਗ ਦਾ, ਕਿਉਂਕਿ ਮੈਨੂੰ ਫਿਰ ਸ਼ੌਕ ਆ ਜੀ, ਉਹਦੇ ਨਾਲੇਜ ਰੱਖੀ ਹੈ। ਮੇਰੇ ਕੋਲ ਜਿਹੜਾ ਹੀਰਾ ਬੱਚਾ ਸੀਗਾ ਉਹ 25 ਲੀਟਰ ਰੂਟੀਨ 'ਚ ਦੁੱਧ ਪੀ ਰਿਹਾ ਸੀ ਡੇਲੀ। ਮਾਸ਼ਾਅੱਲਾ। ਕਿੰਨੀ ਉਮਰ ਦਾ? ਉਹ ਬਿਲਕੁਲ 8 ਮਹੀਨੇ ਦਾ ਐਕਸਪਾਇਰ ਹੋਇਆ, ਜੀ 8 ਮਹੀਨੇ ਦਾ। ਤੇ 8 ਮਹੀਨੇ ਵਿੱਚ ਕਿੰਨਾ ਵੇਟ ਕਰ ਲਿਆ ਸੀ? 600 ਸਮਥਿੰਗ ਸੀ ਮੇਰਾ ਖਿਆਲ। ਜਿਹੜੀ ਫਿਰ ਮੈਂ ਅਸੀਂ ਗੱਲ ਦੱਸ ਰਹੇ ਨੇ ਜੀ ਵੀ ਉਹ 32 ਲੀਟਰ ਪੁਰਾਣੇ ਨੇ ਕੰਮ ਤਾਂ ਨੇੜੇ ਵਗ ਸਰ, ਗਿਆ ਸਾਹਮਣੇ ਮਿਸਾਲ ਹੈ। ਰੂਟੀਨ 'ਚ ਮੈਂ 8 ਲੀਟਰ ਤੋਂ ਵੱਧ ਪਿਲਾਉਂਦੇ ਰਹੇ ਨੇ ਰੂਟੀਨ 'ਚ, ਮੁੰਡੇ ਮੇਰੇ ਤੋਂ ਚੋਰੀ ਵੀ ਪਿਲਾ ਦਿੰਦੇ ਸੀ ਮੈਨੂੰ 25 ਦੱਸ ਕੇ। ਫਿਰ ਉਹ ਤੁਸੀਂ ਮੰਨ ਲਓ, ਤੁਸੀਂ ਆਖਿਆ ਵੀ ਮੈਨੂੰ ਨਹੀਂ ਪਤਾ ਝੂਠ ਹੈ ਜਾਂ ਸੱਚ ਹੈ, ਉਹ ਸੱਚ ਮੰਨ ਲਿਆ। ਸਰ ਬਿਲਕੁਲ ਮੁਮਕਿਨ ਸਾਡੇ ਹੈ। ਸਾਹਮਣੇ ਦੀ ਮਿਸਾਲ ਮਿਲੀ। ਮੁਮਕਿਨ ਹੈ। ਲੇਕਿਨ ਇੱਕ ਚੀਜ਼ ਹੋਰ ਦੀ ਹੈ ਨਾ, ਉਹ ਜਿਹੜਾ 32 ਲੀਟਰ ਦੁੱਧ ਆ ਉਹਨਾਂ ਗਾਈਆਂ ਦਾ ਜਿਹੜੀਆਂ 50 ਪਲੱਸ ਸੀ, ਠੀਕ ਹੈ ਨਾ ਜੀ ਬੇਟਾ। ਔਰ ਉਹਨਾਂ ਦੀ ਫੈਟ ਆ ਜਿਹੜੀ ਉਹ 3.6 ਜਾਂ 3.2 ਜਾਂ 3.3। ਅਗਰ ਅਸੀਂ ਕਹੀਏ ਵੀ ਕੋਈ 32 ਲੀਟਰ ਮੱਝ ਦਾ ਦੁੱਧ ਪੀ ਲੇਗਾ ਬੱਚਾ, ਇਹ ਵੀ ਗੱਲ ਮੁਮਕਿਨ ਹੈ। ਯਾਰ ਇੱਕ ਗੱਲ